नमस्कार। के टीवी के दर्शकों का आपका स्वागत है। आज हम पहुंचे हैं टीडीआई सेक्टर 118 मोहाली में। आज आपको हम बताना चाहते हैं कि यहाँ पे कांग्रेस के कुछ दिग्गज कार्यकर्ताओं ने एक प्रेस वार्ता का आयोजन किया है, जहां शायद आज राहुल गांधी के जो लोकसभा के मेंबरशिप को खत्म किया गया है, उसके लिए एक प्रेस वार्ता का आयोजन किया गया है। इसमें उन कार्यकर्ताओं ने कई एक राजनीतिक सियासत गलियारे का इल्जाम लगाया है कि उन्होंने सियासत के आड़ में, राजनीति की आड़ में अपना एक लोकतंत्र की आवाज को दबाने की कोशिश की जा रही है। शायद राहुल गांधी का इस तरीके से संसद का निकालना कुछ एक आशंकाओं का कारण बन रहा है कि क्या ये अडानी को बचाने का एक तरीका है। दूसरा, क्या ये 2024 में जो लोकसभा का चुनाव आ रहा है उसकी तैयारियां शुरू हो गई हैं। क्या ये एक सियासत के दौरान राजनीति के अंदर एक लोकतंत्र की आवाज को दबाने का तरीका है। आइए हम जानते हैं कुछ जो कांग्रेस के आगू आज प्रेस कॉन्फ्रेंस में आए हुए हैं, हम उन्हीं के जवानी ये जानते हैं कि ये क्या होने वाला है, या आगे इसका क्या राजनीति रहेगा, या आगे ये इसके लिए क्या आवाज उठाएंगे। नमस्कार, आप बने रहें के टीवी कल्याण समाज एक्सप्रेस के साथ। मैं हूं कल्याण शर्मा। सिर्फ राहुल गांधी जी ਨੂੰ ਨਹੀਂ ਡਿਸਕੁਆਲੀਫਾਈ ਕੀਤਾ ਗਿਆ। ਇੱਕ ਸੈਕਿੰਡ, ਪਹਿਲੀ ਗੱਲ ਤਾਂ ਜੀ ਸਿਰਫ ਰਾਹੁਲ ਗਾਂਧੀ ਜੀ ਨੂੰ ਨਹੀਂ ਡਿਸਕੁਆਲੀਫਾਈ ਕੀਤਾ ਗਿਆ, ਲੱਖਾਂ ਲੋਕਾਂ ਦੀ ਆਵਾਜ਼ ਨੂੰ ਡਿਸਕੁਆਲੀਫਾਈ ਕੀਤਾ ਗਿਆ ਹੈ ਜਿਨ੍ਹਾਂ ਨੂੰ ਰਾਹੁਲ ਜੀ ਰਿਪਰੈਜ਼ੈਂਟ ਕਰਦੇ ਸੀ ਤੇ ਜਿਨ੍ਹਾਂ ਲਈ ਬੋਲਦੇ ਸੀਗੇ। ਮੈਨੂੰ ਇਹ ਬੀਜੇਪੀ ਦੱਸੇ ਵੀ ਜਦੋਂ ਸੈਂਟੈਂਸ ਸਸਪੈਂਡ ਹੋ ਗਿਆ ਸੀ ਰਾਹੁਲ ਜੀ ਦਾ ਥੱਲੇ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ, ਉਹ ਤੋਂ ਬਾਅਦ ਡਿਸਟ੍ਰਿਕਟ ਕੋਰਟ ਦੇ ਵਿੱਚ ਵੀ ਸੈਂਟੈਂਸ ਹੈਜ਼ ਆਲਰੇਡੀ ਬੀਨ ਸਸਪੈਂਡਡ ਟਿਲ ਦ ਡਿਸਪੋਜ਼ਲ ਆਫ ਦੀ ਅਪੀਲ। ਇੰਨੀ ਕਾਲੀ ਕਰਨ ਦੀ ਲੋੜ ਕੀ ਸੀ? What was the reason to show so much haste? There's one reason behind it. Adani issue. ਅਡਾਨੀ ਇਸ਼ੂ ਤੇ ਰਾਹੁਲ ਜੀ ਸਵਾਲਾਤ ਖੜੇ ਕਰ ਰਹੇ ਸੀਗੇ, ਜੇਪੀਸੀ ਦੀ ਪ੍ਰੋਬ ਡਿਮਾਂਡ ਕਰ ਰਹੇ ਸੀਗੇ, ਸੰਸਦ ਤੋਂ ਲੈ ਕੇ ਸੜਕ ਤੱਕ ਇਹਦੀ ਆਵਾਜ਼ ਉਠਾ ਰਹੇ ਸੀਗੇ, ਤਾਂ ਕਰਕੇ ਰਾਹੁਲ ਜੀ ਦੇ ਖਿਲਾਫ ਇਹ ਕੇਸ ਕੀਤਾ ਗਿਆ। ਡਿਸਕੁਆਲੀਫਿਕੇਸ਼ਨ ਹੋਈ, ਇਨਹੇਸਟ ਹੋਈ। ਜਦੋਂ ਸਾਨੂੰ ਕਾਨੂੰਨ ਆਪਸ਼ਨ ਦਿੰਦਾ ਹੈ ਇਹ ਫੈਸਲੇ ਨੂੰ ਅਪੀਲ ਕਰਨ ਦਾ, ਦੇਖੋ ਮੈਜਿਸਟ੍ਰੇਟ ਤੋਂ ਬਾਅਦ ਆਨਰੇਬਲ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਅਪੀਲ ਹੋ ਸਕਦਾ ਹੈ, ਫਿਰ ਹਾਈ ਕੋਰਟ ਦੇ ਵਿੱਚ, ਫਿਰ ਸੁਪਰੀਮ ਕੋਰਟ ਦੇ ਵਿੱਚ, ਫਿਰ ਰਿਵਿਊ ਪਿਟੀਸ਼ਨ, ਫਿਰ ਕਿਊਰੇਟਿਵ ਪਿਟੀਸ਼ਨ, ਫਿਰ ਮਰਸੀ ਪਿਟੀਸ਼ਨ, ਫਿਰ ਰਿਵਿਊ ਆਫ ਮਰਸੀ ਪਿਟੀਸ਼ਨ। ਜਦੋਂ ਕਾਨੂੰਨ ਸਾਨੂੰ ਹੱਕ ਦਿੰਦਾ ਹੈ, ਅਪੀਲ ਇਜ਼ ਔਨ ਦ ਵੇ, ਸੈਂਟੈਂਸ ਹੈਜ਼ ਬੀਨ ਸਸਪੈਂਡਡ, ਫਿਰ ਇੰਨੀ ਕਾਲੀ ਕਿਉਂ ਕੀਤੀ ਤੇ ਉਸ ਤੋਂ ਬਾਅਦ ਵਾਇਲੇਸ਼ਨ ਕਿਉਂ ਹੋਈ ਹੈ ਕਾਨੂੰਨ ਦੀ, ਲਾਅ ਦੀ। ਆਰਟੀਕਲ 103 ਕਹਿੰਦਾ ਹੈ ਕਿ ਦੇਸ਼ ਦੇ ਪ੍ਰੈਜ਼ੀਡੈਂਟ ਨੂੰ, ਰਾਸ਼ਟਰਪਤੀ ਨੂੰ ਇਹ ਮੈਟਰ ਰეკਮੈਂਡ ਕਰਨਾ ਪੈਂਦਾ ਹੈ। ਇਲੈਕਸ਼ਨ ਕਮਿਸ਼ਨ ਤੋਂ ਓਪੀਨੀਅਨ ਲੈਂਦੇ ਆ, ਉਹ ਤੋਂ ਬਾਅਦ ਫੈਸਲਾ ਲੈਂਦੇ ਆ ਵੀ ਮੈਂਬਰ ਨੂੰ ਡਿਸਕੁਆਲੀਫਾਈ ਕਰਨਾ ਹੈ ਕਿ ਨਹੀਂ ਕਰਨਾ। ਇਹਨਾਂ ਨੇ ਸਿੱਧਾ ਹੀ ਕਰਤਾ। ਸੋ ਲਾਅ ਜੇ ਕਿਸੇ ਨੇ ਵਾਇਲੇਟ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ। ਦੂਜਾ ਕਾਰਨ ਇਹ ਅਡਾਨੀ ਇਸ਼ੂ ਕਿਉਂ ਹੋਇਆ, ਡਿਸਕੁਆਲੀਫਿਕੇਸ਼ਨ ਕਿਉਂ ਹੋਈ, ਇਹ ਚਾਹੁੰਦੇ ਸੀਗੇ ਕਿ ਡਾਇਵਰਟ ਹੋ ਸਕੇ ਅਟੈਂਸ਼ਨ। ਰਾਹੁਲ ਜੀ ਨੂੰ ਡਿਸਕੁਆਲੀਫਾਈ ਕਰਕੇ ਅਡਾਨੀ ਇਸ਼ੂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਟੈਂਸ਼ਨ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੜੇ ਸਮੂਥਲੀ। ਲੇਕਿਨ ਇਹਨੂੰ ਦੱਸ ਦਈਏ ਇਹ ਤੋਂ ਬਾਅਦ ਆਵਾਜ਼ ਬੁਲੰਦ ਵੀ ਹੋਊਗੀ, ਉੱਚੀ ਵੀ ਹੋਊਗੀ ਤੇ ਮੁੱਦੇ ਹੋਰ ਵੀ ਚੱਕਾਂਗੇ। ਮੈਨੂੰ ਬੀਜੇਪੀ ਹੋਰ ਗੱਲ ਦੱਸੇ, ਕਾਨੂੰਨ ਸਿਰਫ ਦੇਸ਼ ਦੀ ਆਪੋਜੀਸ਼ਨ ਪਾਰਟੀਆਂ ਲਈ ਹੈ, ਜਿਹੜੇ ਤੁਹਾਡੇ ਨਾਲ ਡਿਸੈਂਟ ਕਰਦੇ ਹੈ, ਮਤਭੇਦ ਰੱਖਦੇ ਹੈ, ਉਹਨੂੰ ਸਵਾਲ ਖੜੇ ਕਰਦੇ ਹੈ, ਕਿਉਂਕਿ ਬੀਜੇਪੀ ਦੇ ਲੀਡਰਸ ਨੇ ਸਾਡੇ ਲੀਡਰਾਂ ਲਈ, ਕਾਂਗਰਸ ਦੇ ਲੀਡਰਾਂ ਲਈ ਸ਼ਬਦ ਦਾ ਪ੍ਰਯੋਗ ਕੀਤਾ ਜਿਵੇਂ ਡਾਇਨ, ਸਦਾਮ, ਪੱਪੂ। रेनकोट पहन के नहाना कैसे है? किसी बीजेपी लीडर के खिलाफ कोई दरखास्त भी आई, कोई कंप्लेंट, कोई एक्शन, कोई पर्चा, कोई मैं कहना सिर्फ डेफामेटरी, डेरोगेटरी, डिमीनिंग बयान नहीं सी, वो ऐसे बयान भी सी जिहदे करके लोग उकसाए जा रहे सीगे टू टेक द लॉ इनटू देयर हैंड्स, ते ਉਹਦੇ बावजूद कोई एक्शन नहीं। दूजी गल, बीजेपी ਦੇ ਅਕॉर्डिंग टू एसोसिएशन ऑफ डेमोक्रेटिक रिफॉर्म्स
सब तो ज्यादा सिटिंग एमपीज ने जिन्ना खिलाफ सब तो ज्यादा क्रिमिनल केसेस पेंडिंग ने, वो भी छोटे मोटे नहीं, सीरियस ऑफेंसेस, हीनियस क्राइम्स फ्रॉम many years, despite that they have not been suspended or disqualified from the Lok Sabha. And ਅਗਲੀ ਗੱਲ ਇਹ ਹੈ ਕਿ ਇਹ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਇਹ ਚਾਹੁੰਦੇ ਨਾ ਸਵਾਲ ਹੋਣ, ਨਾ ਡਿਸਕਸ਼ਨ ਹੋਵੇ, ਨਾ ਡਿਬੇਟ ਹੋਵੇ। ਲੋਕਤੰਤਰ ਨੂੰ ਡੰਡਾ ਤੰਤਰ ਤੇ ਭੈ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਭਾਰਤੀ ਜਨਤਾ ਪਾਰਟੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਦੇਸ਼ ਦੇ ਵਿੱਚ ਜੇ ਬੀਜੇਪੀ ਦੇ ਖਿਲਾਫ ਕਿਸੇ ਨੇ ਵੀ ਆਵਾਜ਼ ਚੱਕੀ ਹੈ, ਜੇ ਸਦਨ ਚੱਕੀ ਹੈ, ਹੀ ਹੈਜ਼ ਬੀਨ ਡਿਸਕੁਆਲੀਫਾਈਡ। ਜੇ ਸੜਕ ਤੇ ਚੱਕੀ ਹੈ ਤਾਂ ਪਰਚਾ ਹੋਇਆ। ਪਵਨ ਖੇੜਾ ਸਾਹਿਬ ਦਾ ਐਗਜ਼ਾਮਪਲ ਬਹੁਤ ਰੀਸੈਂਟ ਹੈ। ਉਹ ਤੋਂ ਬਾਅਦ ਰਿਲੀਫ ਲੈਣਾ ਪਿਆ ਆਨਰੇਬਲ ਸੁਪਰੀਮ ਕੋਰਟ ਤੋਂ, ਤੇ ਇੰਸਟੈਂਟਲੀ ਰਿਲੀਫ ਨਹੀਂ ਮਿਲਿਆ। ਦੇਸ਼ ਦੀ ਕੋਈ ਆਪੋਜੀਸ਼ਨ ਪਾਰਟੀ ਨਹੀਂ ਜਿਹਦੇ ਖਿਲਾਫ ਆਈਟੀ, ਈਡੀ, ਸੀਬੀਆਈ, ਸੈਬੀ ਦਾ ਕੇਸ ਪੈਂਡਿੰਗ ਨਾ ਹੋਵੇ। ਲੇਕਿਨ ਬੀਜੇਪੀ ਕੋਲੇ ਕੋਈ ਐਸੀ ਵਾਸ਼ਿੰਗ ਮਸ਼ੀਨ ਹੈ, ਕੋਈ ਡਿਟਰਜੈਂਟ ਪਾਊਡਰ ਹੈ, ਜਦੋਂ ਉਹ ਪਾਰਟੀ ਚੋਂ ਇਹਨਾਂ ਦੀ ਪਾਰਟੀ 'ਚ ਬੰਦਾ ਆ ਜਾਂਦਾ ਹੈ, ਫॉर एग्जांपल शुभेंदु अधिकारी, मुकुल रॉय, नारायण राणे और बहुत सारे लीडर्स ने, सारे दाग साफ हो जाते हैं। दाग अच्छे है बीजेपी दी, ये बेसिकली अपना टर्म है। ते दूजी गल ये है कि भारतीय जनता पार्टी ਦਾ ਇੱਕ ਵੀ ਲੀਡਰ ਨਹੀਂ ਹੈ ਜਿਹਦੇ ਖਿਲਾਫ ਅਲੈਜਡਲੀ ਇੱਕ ਵੀ ਈਡੀ ਦਾ ਕੇਸ ਹੋਵੇ। ਇੱਕ ਵੀ ਲੀਡਰ, ਇਹ ਪੋਸੀਬਲ ਹੈ? ਕ੍ਰਿਮੀਨਲ ਕੇਸ ਸਭ ਤੋਂ ਜ਼ਿਆਦਾ, ਈਡੀ ਦਾ ਇੱਕ ਵੀ ਕੇਸ ਨਹੀਂ ਹੈਗਾ। ਦੂਜੀ ਗੱਲ, ਮਮਤਾ ਬੈਨਰਜੀ ਦੇ ਨੇਪਿਓ ਅਭਿਸ਼ੇਕ ਬੈਨਰਜੀ, एमके स्टालिन साहब की बेटी, शरद पवार, चरणजीत चन्नी साहब, अरविंद केजरीवाल, और बहुत सारे लीडर्स ने ऑपोजिशन पार्टीज दे, those have been framed by these agencies because सारे आवाज चक्कन दी कोशिश कर रहे सी, सवाल खड़े करन दी कोशिश कर रहे सी लोकतंत्र दे विच, world's largest democracy दे विच, if you ask a question you will be taken an action against, is what the BJP is trying to tell us। दूजी गल, भारतीय जनता पार्टी ने दूजी चीज ਜਿਹੜੀ ਗਲਤ ਕੀਤੀ ਹੈ ਉਹ ਇਹ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਇਹ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਚੁੱਪ ਕਰ ਜੂਗੀ। ਇਹ ਤੋਂ ਬਾਅਦ ਸਦਨ ਤੋਂ ਲੈ ਕੇ ਸੜਕ ਤੱਕ ਆਵਾਜ਼ ਬੁਲੰਦ ਹੋਊਗੀ। ਜੇਪੀਸੀ ਪ੍ਰੋਬ ਦੀ ਡਿਮਾਂਡ ਹੋਰ ਵੀ ਉੱਚੀ ਹੋਊਗੀ, ਕਿਉਂਕਿ ਅਡਾਨੀ ਜੀ ਜਦੋਂ ਸੈਕੰਡ ਰਿਚੈਸਟ ਪਰਸਨ ਬਣੇ ਦੁਨੀਆ ਦੇ ਵਿੱਚ, ਦੂਜੇ ਨੰਬਰ ਤੇ ਸੀ ਪੂਰੀ ਦੁਨੀਆ ਦੇ ਵਿੱਚ, ਅਮੀਰ ਇੰਨੇ ਸੀਗੇ, ਤੇ ਹਿੰਦੁਸਤਾਨ ਦੇ ਵਿੱਚ ਟੌਪ 10 ਟੈਕਸ ਪੇਅਰਾਂ 'ਚ ਉਹਨਾਂ ਦਾ ਨਾਮ ਨਹੀਂ ਸੀ। ਤੇ ਦੂਜਾ ਸਵਾਲ ਜੋ ਰਾਹੁਲ ਜੀ ਪੁੱਛਦੇ ਹੈ ਵੀ 20,000 ਕਰੋੜ ਸ਼ੈਲ ਕੰਪਨੀਆਂ ਦੇ ਵਿੱਚ ਕਿੱਥੋਂ ਹੈ, ਇਸ ਦਾ ਜਵਾਬ ਦੇ ਦਿਓ। ਬੀਜੇਪੀ ਸਾਨੂੰ ਇਹ ਦੱਸੇ ਕਿ ਪ੍ਰੋਬ ਕਰਾਉਣ ਦੇ ਵਿੱਚ ਇੰਨੀ ਦਿੱਕਤ ਕਿਉਂ ਹੈ। ਨਿਰਦੋਸ਼ ਹੋਏ ਤਾਂ ਨਿਰਦੋਸ਼ ਪਾਏ ਜਾਣਗੇ, ਗਿਲਟੀ ਹੋਏ ਤਾਂ ਗਿਲਟੀ ਪਾਏ ਜਾਣਗੇ। ਤੁਸੀਂ ਕਾਰਵਾਈ ਤਾਂ ਕਰਵਾਓ। ਉਹ ਤੋਂ ਬਾਅਦ ਮੇਹੁਲ ਚੋਕਸੀ ਜੀ ਦੇ ਖਿਲਾਫ ਵੀ ਜਿਹੜਾ ਰੈੱਡ ਕਾਰਨਰ ਨੋਟਿਸ ਸੀਗਾ ਇੰਟਰਪੋਲ ਦੁਆਰਾ ਇਸ਼ੂਡ, ਉਹ ਵੀ ਵਿਡਰਾ ਹੋ ਚੁੱਕਿਆ ਹੈ। ਸੋ ਦੋ ਮੁੱਖ ਕਾਰਨਾਂ ਕਰਕੇ ਰਾਹੁਲ ਜੀ ਡਿਸਕੁਆਲੀਫਾਈ ਹੋਏ ਹੈ। ਪਹਿਲਾ ਕਾਰਨ ਅਟੈਂਸ਼ਨ ਡਾਇਵਰਟ ਅਡਾਨੀ ਇਸ਼ੂ ਤੋਂ ਰਾਹੁਲ ਜੀ ਵੱਲ। ਦੂਜਾ ਕਾਰਨ ਰਾਹੁਲ ਜੀ ਬੁਲੰਦ ਆਵਾਜ਼ ਦੇ ਵਿੱਚ ਵਾਰ-ਵਾਰ ਸਦਨ ਦੇ ਵਿੱਚ ਇਹ ਡਿਮਾਂਡ ਕਰਦੇ ਸੀ। ਉਦੋਂ ਕੀ ਹੁੰਦਾ ਸੀਗਾ, ਸਟੇਟਮੈਂਟਸ ਐਕਸਪੰਜ, ਸਟੇਟਮੈਂਟ ਉਡਾ ਦਿੱਤੀਆਂ ਗਈਆਂ। ਦੂਜੀ ਚੀਜ਼ ਕੀ ਹੁੰਦੀ ਸੀਗੀ, ਮਾਈਕ ਆ ਜਿਹੜੇ ਮੇਰੇ ਮੂਹਰੇ ਪਏ ਮਿਊਟ ਹੋ ਜਾਂਦੇ ਸੀਗੇ, ਪਾਰਲੀਮੈਂਟ ਦੇ ਵਿੱਚ ਮਾਈਕ ਮਿਊਟ ਹੋ ਜਾਂਦੇ ਸੀ। ਤੀਜੀ ਚੀਜ਼ ਕੀ ਹੁੰਦੀ ਸੀ, ਵਿਦਿਨ ਮਿੰਟਸ when Mr. Gandhi used to walk into the parliament, ਉਹ ਸੈਸ਼ਨ ਹੀ ਅਡਜਰਨ ਹੋ ਜਾਂਦਾ ਸੀਗਾ, ਸੈਸ਼ਨ ਅਡਜਰਨ ਕਰ ਦਿੰਦੇ ਸੀਗੇ, ਕਿਉਂਕਿ ਬੀਜੇਪੀ ਸਵਾਲ ਸੁਣਨਾ ਨਹੀਂ ਚਾਹੁੰਦੀ। ਤੇ ਮੇਰੀ ਅਪੀਲ ਹੈ ਸਾਰੇ ਲੋਕਾਂ ਨੂੰ ਜੋ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹੈ, ਬੀਜੇਪੀ ਨੂੰ ਪੁੱਛੋ ਵੀ ਸਵਾਲਾਂ ਤੋਂ ਕਿਉਂ ਡਰ ਰਹੇ ਹੋ, ਲੋਕਤੰਤਰ ਦੇ ਵਿੱਚ ਕਿਉਂ ਡਰ ਰਹੇ ਹੋ। ਸਵਾਲ ਤਾਂ ਸੁਣੋ, ਲੋਕਤੰਤਰ ਹੈ, ਤੁਹਾਡੀ ਸਰਕਾਰ ਹੈ, ਜਵਾਬ ਦਿਓ, ਜਾਂ ਕਹਿ ਦਿਓ ਸਾਡੇ ਕੋਲ ਜਵਾਬ ਹੈ ਨਹੀਂ। ਤੁਸੀਂ ਕਾਰਵਾਈ ਕਰ ਰਹੇ ਹੋ 95% ਕੇਸਿਸ ਜੋ ਈਡੀ ਸੀਬੀਆਈ ਰਜਿਸਟਰ ਕਰਦੀ ਹੈ ਉਹ ਆਪੋਜੀਸ਼ਨ ਪਾਰਟੀਆਂ ਦੇ ਖਿਲਾਫ ਹੈ। ਕਨਵਿਕਸ਼ਨ ਰੇਟ ਕੀ ਹੈ ਈਡੀ ਦਾ, 0.05% ਅਲੈਜਡਲੀ। 2014 ਤੋਂ ਲੈ ਕੇ 2023 ਤੱਕ ਈਡੀ ਨੇ ਕਿੰਨੇ ਕੇਸਿਸ ਅਲੈਜਡਲੀ ਡਿਸਪੋਜ਼ ਆਫ ਕੀਤੇ, ਖਤਮ ਕੀਤੇ, 25 ਕੇਸਿਸ। ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ ਕਿੰਨੇ ਕੇਸਾਂ ਦੇ ਵਿੱਚ ਰੇਡ ਕੀਤੀ, ਹਜ਼ਾਰਾਂ ਦੇ ਵਿੱਚ, ਤੇ ਕਿੰਨੇ ਕੇਸਾਂ ਦੇ ਵਿੱਚ ਉਹ ਸਜ਼ਾ ਹੋ ਸਕੀ, ਸਿਰਫ ਔਰ ਸਿਰਫ ਅਰਾਊਂਡ 10-15 ਦੇ। ਸੋ ਇਹ ਹਾਲਾਤ ਬਣੇ ਪਏ ਹੈ, ਇਹ ਪ੍ਰੈਜ਼ੈਂਟ ਸਟੇਟ ਆਫ ਅਫੇਅਰਸ ਹੈ ਜਿਹਨੂੰ ਬਦਲਣ ਦੀ ਲੋੜ ਹੈ। ਅਸੀਂ ਅਪੀਲ ਕਰਦੇ ਹਾਂ ਕਿ ਮੀਡੀਆ ਆਪਣੀ ਜ਼ਿੰਮੇਵਾਰੀ ਦੇ ਵਿੱਚ ਮੇਕ ਸ਼ੋਰ ਕਰੇ, ਪਰਫਾਰਮ ਕਰੇ, ਤੇ ਭਾਰਤੀ ਜਨਤਾ ਪਾਰਟੀ ਨੂੰ ਬੇਖੌਫ ਹੋ ਕੇ ਸਵਾਲ ਪੁੱਛੇ ਵੀ ਅਡਾਨੀ ਇਸ਼ੂ ਤੇ ਤੁਸੀਂ ਪ੍ਰੋਬ ਕਿਉਂ ਨਹੀਂ ਡਿਮਾਂਡ ਕਰਨਾ ਚਾਹੁੰਦੇ, ਤੇ ਰਾਹੁਲ ਗਾਂਧੀ ਜੀ ਤੋਂ ਇੰਨਾ ਡਰ ਕਿਉਂ ਲੱਗਦਾ। ਪਹਿਲਾਂ ਮੈਂਬਰਸ਼ਿਪ ਖੋਣ ਦੀ ਕੋਸ਼ਿਸ਼ ਕੀਤੀ, ਬੰਗਲਾ ਖੋਣ ਦੀ ਕੋਸ਼ਿਸ਼ ਕੀਤੀ। ਜਿਹੜੇ ਸੱਚਾਈ ਦੇ ਨਾਲ ਖੜਦੇ ਹੈ, ਸੱਚਾਈ ਦੇ ਲਈ ਲੜਦੇ ਹੈ,
ਉਹਨਾਂ ਦਾ ਬੰਗਲਾ ਵੀ ਖੋਲ, ਉਹਨਾਂ ਦਾ ਸਭ ਕੁਝ ਖੋਲ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਸੋ ਮੇਰੀ ਅਖੀਰਲੀ ਰਿਕੁਐਸਟ ਜਿਹੜੀ ਹੈ ਉਹ ਇਹ ਹੈ ਕਿ ਕਾਨੂੰਨ ਨੂੰ ਬੀਜੇਪੀ ਪੜ੍ਹ ਲੇ। ਡੈਫਾਮੇਸ਼ਨ ਲਈ ਇੱਕ ਇੰਗਰੀਡੀਐਂਟ ਹੈ, ਮੈਂ ਆਪ ਵਕੀਲ ਆਨਰੇਬਲ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ। ਸੋ ਮੈਲੀਸ਼ੀਅਸ ਇੰਟੈਂਟ ਡੈਫਾਮੇਸ਼ਨ ਦੇ ਵਿੱਚ ਹੋਣਾ ਜ਼ਰੂਰੀ ਹੈ। ਜੇ ਕਿਸੇ ਨੂੰ ਮੈਂ ਡਿਫੇਮ ਕਰਾਂ, ਮੇਰੇ ਮਨ ਦੇ ਵਿੱਚ ਉਹਨੂੰ ਉਹਦੇ ਲਈ ਮਾੜੀ ਇੱਕ ਸੋਚ, ਇੱਕ ਮੈਲੀਸ਼ੀਅਸ ਇੰਟੈਂਟ ਉਹਦੇ ਲਈ ਹੋਣਾ ਜ਼ਰੂਰੀ ਹੈ। ਇੱਥੇ ਤਾਂ ਮੈਲੀਸ਼ੀਅਸ ਇੰਟੈਂਟ ਹੀ ਨਹੀਂ ਸੀ, ਇਟ ਵਾਸ ਅ ਪੋਲੀਟੀਕਲ ਸਟੇਟਮੈਂਟ ਗਿਵਨ ਬਾਈ ਮਿਸਟਰ ਗਾਂਧੀ। ਦੂਜੀ ਗੱਲ, was it even referred to Mr. Purnesh Modi? ਇਹ ਪੁਰਨੇਸ਼ ਮੋਦੀ ਜੀ ਨੂੰ ਰੈਫਰ ਹੀ ਨਹੀਂ ਕੀਤੀ ਗਈ ਸੀ, ਉਹਦੇ ਬਾਵਜੂਦ ਉਹ ਕੰਪਲੇਨੈਂਟ ਬਣ ਗਏ। ਹਾਲਾਂਕਿ ਡੈਫਾਮੇਸ਼ਨ ਦੇ ਕੇਸਿਸ ਦੇ ਵਿੱਚ ਕੰਪਲੇਨੈਂਟ ਉਹ ਬਣ ਸਕਦਾ ਜਿਹਨੂੰ ਸਟੇਟਮੈਂਟ ਰੈਫਰ ਕੀਤੀ ਗਈ ਹੋਵੇ, ਇੱਥੇ ਰੈਫਰ ਹੀ ਨਹੀਂ ਕੀਤੀ ਗਈ ਸੀ। ਸੋ ਬਹੁਤ ਸਵਾਲ ਨੇ। ਆਨਰੇਬਲ ਡਿਸਟ੍ਰਿਕਟ ਕੋਰਟ ਦੇ ਵਿੱਚ ਅਪੀਲ ਦਾਇਰ ਹੋ ਗਈ ਹੈ, ਸਾਡਾ ਸੈਂਟੈਂਸ ਵੀ ਉੱਥੇ ਸਸਪੈਂਡ ਹੋ ਗਿਆ। ਪਹਿਲਾਂ ਮੈਜਿਸਟ੍ਰੇਟ ਸਾਹਿਬ ਨੇ ਕੀਤਾ 30 ਦਿਨਾਂ ਲਈ, ਉਹ ਤੋਂ ਬਾਅਦ ਆਨਰੇਬਲ ਡਿਸਟ੍ਰਿਕਟ ਕੋਰਟ ਨੇ ਵੀ ਸਾਡਾ ਸੈਂਟੈਂਸ ਸਸਪੈਂਡ ਕਰਤਾ। ਜਿੰਨਾ ਚਿਰ ਅਪੀਲ ਡਿਸਪੋਜ਼ ਆਫ ਨਹੀਂ ਹੁੰਦੀ, ਖਤਮ ਨਹੀਂ ਹੁੰਦੀ, ਚਾਹੇ ਸਜ਼ਾ ਹੋਵੇ ਵਧੇ, ਚਾਹੇ ਸਜ਼ਾ ਖਤਮ ਹੋਵੇ, ਚਾਹੇ ਅਮੈਂਡ ਹੋਵੇ। ਸੋ ਦੇਅਰਫੋਰ ਕਾਨੂੰਨ ਦੀ ਲੜਾਈ ਵੀ ਪੂਰੇ ਪੁਰਜ਼ੋਰ ਤਰੀਕੇ ਨਾਲ ਲੜਾਂਗੇ ਤੇ ਪੋਲੀਟੀਕਲ ਲੜਾਈ ਵੀ ਪੂਰੇ ਪੁਰਜ਼ੋਰ ਤਰੀਕੇ ਨਾਲ ਲੜਾਂਗੇ। ਇਹ ਕਹਿ ਕੇ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਰੰਧਾਵਾ ਸਾਹਿਬ ਨੂੰ ਕਹੂੰਗਾ ਹੁਣ ਮੈਂ ਬੇਨਤੀ ਕਰਾਂਗਾ ਸਾਡੀ ਉਸਤਾਦ ਜਸਪ੍ਰੀਤ ਸਿੰਘ ਗਿੱਲ ਸਾਹਿਬ ਨੂੰ ਕਿ ਉਹ ਵੀ ਆਪਣੀ ਵਾਲੇ ਭਰਾਵਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਇੱਥੇ ਪਹੁੰਚਣ ਦੇ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੇ ਖਾਣਾ ਖਾ ਕੇ ਜਾਣਾ। ਤੇ ਅਗਲੀ ਗੱਲ ਮੈਂ ਹੁਣ ਬੇਨਤੀ ਕਰਾਂਗਾ ਕਿ ਸੈਸ਼ਨ ਇਜ਼ ਓਪਨ ਫॉर ਕੁਐਸਚਨਸ। ਤੁਸੀਂ ਜਿਹੜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਪਹਿਲਾਂ ਤਾਂ ਜੀ ਇੱਕ ਜੋ ਸੰਵਿਧਾਨ ਬਚਾਓ ਮਾਰਚਾ ਕਿੱਥੋਂ ਕਿੱਥੇ ਤੱਕ ਚੱਲਣਾ, ਕੌਣ ਲੋਕ ਸ਼ਾਮਲ ਹੋ ਰਹੇ ਨੇ, ਕਦੋਂ ਡੇਟ ਮਿਲੀ ਹੈ, ਇਹਦੇ ਬਾਰੇ ਕਰ 1 ਤਰੀਕ ਤੋਂ 8 ਤਰੀਕ ਦੇ ਵਿੱਚ ਸੰਵਿਧਾਨ ਬਚਾਓ ਮਾਰਚ ਜਿਹੜਾ ਹੈਗਾ ਉਹ ਸ਼ੁਰੂਆਤ ਹੋ ਰਿਹਾ। ਇਹਦੇ ਵਿੱਚ ਥਰੂ ਆਊਟ ਇੰਡੀਆ, ਸਾਰੇ ਦੇਸ਼ ਦੇ ਵਿੱਚ ਜਿਹੜੀ ਇਹ ਹਰ ਥਾਂ ਦੇ ਉੱਤੇ ਸਾਡੇ ਕਾਂਗਰਸ ਪਾਰਟੀ ਦੇ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵਰਕਰਸ, ਲੀਡਰਸ ਤੇ ਹਰ ਇੱਕ ਆਦਮੀ ਜੋ ਮੈਂ ਸਮਝਦਾ, ਆਪਣੇ ਆਪ ਨੂੰ ਸਮਝਦਾ ਕਿ ਉਹ, ਜਿਵੇਂ ਮੈਂ ਪਹਿਲਾਂ ਬੋਲਿਆ ਕਿ ਇਸ ਸੰਵਿਧਾਨ ਨੂੰ ਪਿਆਰ ਕਰਦਾ, ਜਿਹਦੇ ਕਰਕੇ ਅੱਜ ਅਸੀਂ ਆਰਾਮ ਨਾਲ ਫ੍ਰੀਲੀ ਤੁਰੇ ਫਿਰਦੇ ਹਾਂ, ਜੋ ਇਹਦੇ 'ਚ ਯਕੀਨ ਰੱਖਦਾ ਉਹ ਬੰਦਾ ਇਹਦੇ ਵਿੱਚ ਪਾਰਟਿਸਿਪੇਟ ਵੀ ਕਰੇਗਾ ਤੇ ਆਪਣੀ ਜਿਹੜੀ ਹੱਕ ਤੇ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਉਹ ਇੱਥੇ 1 ਤੋਂ ਲੈ ਕੇ 8 ਤਰੀਕ ਦੇ ਵਿੱਚ ਹਰ ਥਾਂ ਦੇ ਉੱਤੇ ਘਰ ਘਰ ਜਾ ਕੇ ਇਹ ਜਿਹੜਾ ਸੁਨੇਹਾ ਤੇ ਜਿਹੜਾ ਮੈਂ ਕਹਿੰਦਾ ਅੰਨਾ ਥਰੂ ਹੋਣ ਡਿਆ, ਇਹਦੇ ਬਾਰੇ ਲੋਕਾਂ ਨੂੰ ਦੱਸੇਗਾ ਗਰਾਊਂਡ ਲੈਵਲ ਤੇ। ਜਿਹੜੀ ਸਰ ਕਾਂਗਰਸ ਦੇ ਵਿੱਚ ਫ੍ਰਿਕਸ਼ਨ ਹੈ ਪੂਰੇ ਪੰਜਾਬ ਦੇ ਵਿੱਚ, ਭਲੀ ਭਾਂਤ ਤੁਸੀਂ ਵੀ ਜਾਣਦੇ ਹੋ, ਲੋਕ ਵੀ ਜਾਣਦੇ, ਇਸੇ ਕਰਕੇ ਲੋਕ ਡਿਸਟਰਬ ਹੋਏ। ਲੋਕਾਂ ਨੇ ਇੱਕ ਨਾਰਾ ਕਰਦੇ ਆ, ਲੋਕਾਂ ਨੇ ਮੂੰਹ ਕਿਤੇ ਹੋਰ ਪਾਸੇ ਕਰਦੇ ਆ, ਉਹ ਕਿਵੇਂ ਸੌਟ ਆਊਟ ਕਰ? ਉਹ ਕਹਿੰਦਾ ਮੈਂ ਪ੍ਰਧਾਨ ਆ, ਉਹਦਾ ਮੈਂ ਪ੍ਰਧਾਨ। ਇਹ ਮੁੱਦੇ ਨਾਲ ਕਿਵੇਂ ਰਿਲੇਟਡ ਹੈ? ਨਹੀਂ, ਜਦੋਂ ਤੁਸੀਂ ਰੈਲੀ ਕਰੋਗੇ, ਯਾਤਰਾ ਕੱਢੋਗੇ, ਤੁਸੀਂ ਨਾਲ ਵੀ ਲਾਮਬੰਦ ਕਰਨਾ। ਉਹਨੇ ਕਹਿਣਾ ਮੈਂ ਪ੍ਰਧਾਨਗੀ ਕਰਨੀ, ਉਹਨੇ ਕਹਿਣਾ ਮੈਂ ਪ੍ਰਧਾਨ ਕਰਨੀ, ਦੈਟਸ ਵਾਈ ਤਾਂ ਜੁੜਦਾ ਹੈ। ਇੰਟਰਨਲ ਬਿਕਰਿੰਗ ਅੱਗੇ ਆਈ, ਉਹ ਕਹਿ ਰਹੇ ਨੇ ਵੀ ਸੰਵਿਧਾਨ ਮੈਂ ਦੱਸਦਾ ਇੱਕ ਸੈਕਿੰਡ ਜਦੋਂ ਦੇ ਰਾਜਾ ਵੜਿੰਗ ਜੀ ਪ੍ਰਧਾਨ ਬਣੇ ਹੈ, there has not been a single incident, not one incident, ਕੋਈ ਐਸੀ ਗੱਲ ਦਾ, ਕੋਈ ਐਸੇ ਐਕਸ਼ਨ ਦਾ। ਸੋ देयरफॉर ਕਾਂਗਰਸ ਪਾਰਟੀ ਦੇ ਵਿੱਚ ਨਾ ਗੁੱਟ ਸੀ। ਜੇ ਗੁੱਟ ਦੀ ਗੱਲ ਕਰਨੀ ਹੈ ਤਾਂ ਐਸਡੀ ਟਕਸਾਲੀ, ਐਸਡੀ ਅੰਮ੍ਰਿਤਸਰ, ਐਸਡੀ ਸਮਿਤ, ਐਸਡੀ ਯੂਨਾਈਟਿਡ, ਐਸਡੀ ਦੀ ਗੱਲ ਕਰੋ। ਜੇ ਗੁੱਟ ਦੀ ਗੱਲ ਕਰਨੀ ਹੈ ਤਾਂ ਆਮ ਆਦਮੀ ਪਾਰਟੀ ਦੇ 3 ਕੋ-ਫਾਊਂਡਰ ਸੀ, ਕਹੇ ਕਿ ਕੇਜਰੀਵਾਲ ਸਾਹਿਬ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ ਜੀ ਚਲੇ ਗਏ ਹੈ, ਐਮਪੀ ਛੱਡ ਕੇ, ਐਮਐਲਏ ਛੱਡ ਕੇ, ਲੀਡਰ ਛੱਡ ਕੇ, ਵਰਕਰਸ ਛੱਡ ਕੇ, ਧਰਮਵੀਰ ਗਾਂਧੀ ਜੀ, ਸੁਖਪਾਲ ਖਹਿਰਾ ਸਾਹਿਬ, ਘੁੱਗੀ ਜੀ, ਹੋਰ ਬੜੇ ਲੀਡਰ ਛੱਡ ਕੇ ਡੱਕ ਹੋ ਗਏ ਦੂਜੀਆਂ ਪਾਰਟੀਆਂ ਦੇ ਵਿੱਚ। ਉਹਦੀ ਗੱਲ ਕਰੋ। ਕਾਂਗਰਸ ਪਾਰਟੀ ਕੱਲ ਵੀ ਇੱਕ ਸੀ, ਅੱਜ ਵੀ, ਅੱਗੇ ਵੀ ਕਰੂ। ਲਗਾਤਾਰ ਕਾਂਗਰਸ ਪਾਰਟੀ ਦੇ ਜਿੰਨੇ ਵੀ ਲੀਡਰ ਨੇ, ਉਹ ਪੰਜਾਬ ਦੇ ਵਿੱਚ ਜਿੰਨੇ ਨਾਮੀ ਲੀਡਰ ਨੇ, ਉਹ ਛੱਡ ਕੇ ਬੀਜੇਪੀ ਜਾ ਰਹੇ ਨੇ। ਫਿਰ ਕੀ ਕਾਰਨ ਹੈ? ਉਹਦਾ ਕਾਰਨ ਇਹ ਹੈ ਕਿ ਜਿਹੜੇ ਤਾਂ ਰਾਜਾ ਵੜਿੰਗ ਜੀ ਦੀ ਬੜੀ ਸਿੰਪਲ ਪਾਲਿਸੀ ਹੈ, ਮਿਹਨਤ, ਡਿਟਰਮੀਨੇਸ਼ਨ, ਡਿਸਪਲਿਨ, ਜੋ ਇਸ ਚੀਜ਼ ਨੂੰ ਫੋਲੋ ਕਰ ਸਕਦਾ ਹੈ, ਕਰਨਾ ਚਾਹੁੰਦਾ ਹੈ, ਉਹ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ। ਜੋ ਨਹੀਂ ਕਰ ਸਕਦਾ ਜਾਂ ਨਹੀਂ ਚਾਹੁੰਦਾ, ਉਹ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਲੇਕਿਨ ਜਿਹੜੇ ਲੋਕ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਜਿੱਤ ਸਕੇ, ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਹ ਬੀਜੇਪੀ ਦੇ ਵਿੱਚ ਜਾ ਕੇ ਜਿੱਤ ਸਕਣਗੇ, ਜਿਹਦੀ ਆਪਣਾ ਐਗਜ਼ਿਸਟੈਂਸ ਪੰਜਾਬ ਦੇ ਵਿੱਚ ਉਨੀ ਕੀ ਹੈ ਜਿੰਨੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪ੍ਰੈਸ ਕਾਨਫਰੰਸਿਸ ਕਰਦੇ ਹੈ, ਯਾਨੀ ਕਿ ਸ਼ੂਟ। ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰ ਦਿਆਂ ਭਾਜੀ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਾ ਵੜਿੰਗ ਜੀ ਨੇ, ਤੇ ਸਾਡੇ ਜਿਵੇਂ ਭਾਜੀ ਨੇ ਪਹਿਲਾਂ ਵੀ ਆਖਿਆ ਕਿ ਕੋਈ ਪ੍ਰਧਾਨ, ਸਾਡਾ ਅਫੀਸ਼ੀਅਲ ਇੱਕੋ ਹੀ ਪ੍ਰਧਾਨ ਹੈ ਜੀ, ਇੱਥੇ ਹੋਰ ਕਿਸੇ ਪ੍ਰਧਾਨ ਦਾ ਨਾਮ ਹੀ ਨਹੀਂ। ਤੇ ਦੂਸਰੀ ਗੱਲ, ਇੱਥੇ ਕੋਈ ਹੋਰ ਪ੍ਰਧਾਨ ਹੈ ਵੀ ਨਾ, ਕਿਸੇ ਨੇ ਕੋਈ ਕਲੇਮ ਕੀਤਾ। ਦੂਸਰੀ ਗੱਲ,
ਜਿਹੜੀ ਤੁਸੀਂ ਗੱਲ ਆਖੀ ਹੈ ਤੇ ਮੈਂ ਅਸ਼ਪ੍ਰੀਤ ਜੀ ਨਾਲ ਬਿਲਕੁਲ ਸਹਿਮਤ ਹਾਂ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦਾ ਜਿਹੜਾ ਪੁਰਾਣਾ ਸਿਸਟਮ ਸੀਗਾ ਸਾਡਾ, ਜਿਹੜੇ ਸਾਡੇ ਵੀ ਪੁਰਖ ਕਈ ਰਹੇ ਨੇ, ਪ੍ਰਧਾਨ ਵੀ ਰਹੇ ਨੇ, ਉਹ ਪੁਰਾਣਾ ਸਿਸਟਮ ਲਿਆਂਦਾ ਜਿਹਦੇ ਵਿੱਚ ਵਰਕਰ ਮੌਜੂਦ ਹੋਇਆ। ਮੈਨੂੰ ਤੁਸੀਂ ਆਹ ਦੱਸ ਦਿਓ ਕਿ ਕਦੀ ਇਸ ਤੋਂ ਪਹਿਲਾਂ ਜਿਹੜਾ ਹੁਣ ਅਸੀਂ ਤੁਹਾਡੇ ਸਾਹਮਣੇ ਨਵੀਂ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਥੱਲੇ ਆਈ ਹੈ, ਉਹਦੇ ਵਿੱਚ ਜਿਹੜਾ ਸਾਡਾ ਸਭ ਤੋਂ ਥੱਲੜਾ ਲੈਵਲ ਬੂਥ ਤੇ ਸਭ ਤੋਂ ਸਾਡਾ ਜਿਹੜੀ ਰੀੜ ਦੀ ਹੱਡੀ ਹੁੰਦਾ ਬਲਾਕ ਲੈਵਲ ਹੁੰਦਾ ਸਾਡੀ ਸਰ ਪਾਰਟੀ। ਇੱਕ ਹੋਰ question ਕਦੀ ਉਹ ਬਲਾਕ ਲੈਵਲ ਦੇ ਪ੍ਰਧਾਨ ਸਾਡੇ ਜਿਹੜੇ ਬੈਠੇ ਨੇ, ਇਹਨਾਂ ਨੂੰ ਕਦੀ ਬੈਠਣ ਦਾ ਮੌਕਾ ਨਹੀਂ ਮਿਲਿਆ ਸੀਗਾ ਤੇ ਅੱਜ ਅਸੀਂ ਉਹਨਾਂ ਨੂੰ ਸਭ ਤੋਂ ਮੂਹਰੇ ਰੱਖ ਵਕੀਲ ਸਾਹਿਬ ਭਾਰਤੀ ਨੂੰ ਯਾਤਰਾ ਕਰਨੀ ਗਈ ਸੀ, ਉਸ ਤੋਂ ਬਾਅਦ ਜਿਹੜਾ ਡਿਸਮਿਸ ਕੀਤਾ ਗਿਆ ਪਾਰਲੀਮੈਂਟਰੀ ਚੋਣਾਂ ਨੂੰ ਜੀ। ਐਮਪੀ ਸ਼ਿਪ ਦੇ ਵਿੱਚੋਂ, ਤੇ ਹੁਣ ਤੁਸੀਂ ਆਹ ਕਰਨ ਜਾ ਰਹੇ ਹੋ, ਇਸ ਦਾ ਨੈਕਸਟ ਪਲਾਨ ਬੀਜੇਪੀ ਕੀ ਕਰੇਗੀ? ਦੇਖੋ ਜੀ, ਉਹ ਕਹਿੰਦੇ ਹੁੰਦੇ ਆ ਕਿ ਇਹ ਤਾਂ ਹੁਣ ਉਹਨਾਂ ਦੇ ਉੱਤੇ ਹੈ ਜੀ, ਉਹ ਕਿੰਨਾ ਕੁ ਥੱਲੇ ਹੋਰ ਡਿੱਗ ਸਕਦੇ ਨੇ, ਕਿੰਨਾ ਕੁ ਆਪਣੀ ਤਾਨਾਸ਼ਾਹੀ ਨੂੰ ਬਰਕਰਾਰ ਰੱਖਣ ਦੇ ਲਈ। ਪਰ ਤੁਹਾਨੂੰ ਲੱਗਦਾ ਕਿ ਉਹ ਕੁਝ ਐਕਸ਼ਨ ਹੋ ਸਕਦਾ ਉਹ ਤਾਂ ਹੋਏਗਾ ਹੀ ਹੋਏਗਾ ਜੀ, ਪਰ ਗੱਲ ਇਹ ਹੈ ਜੀ, ਕਹਿਣ ਦੀ ਕੋਈ ਦੋ ਰਾਏ ਹੈ ਹੀ ਨਹੀਂ। ਇਹ ਬੀਜੇਪੀ ਨੇ 2014 ਤੋਂ ਨਰਿੰਦਰ ਮੋਦੀ ਜੀ ਨੇ, ਮੈਂ ਇੱਕ ਛੋਟੀ ਜੀ ਗੱਲ ਹੈ ਤੋਂ ਥੋੜੀ ਜਿਹੀ ਅੱਡ ਹੋ ਕੇ ਅਸ਼ਪ੍ਰੀਤ ਜੀ ਕਹਿਣਾ ਚਾਹੁੰਦਾ, ਮੈਂ ਪਿਛਲੇ ਕੁਝ ਟਾਈਮ ਦੇ ਅੰਦਰ ਵਾਰਾਣਸੀ ਜਾ ਕੇ ਆਇਆ। ਜੇ ਕਿਤੇ ਮੌਕਾ ਮਿਲਿਆ ਤੇ ਮੈਂ ਅਗਲੀ ਪ੍ਰੈਸ ਕਾਨਫਰੰਸ ਤੁਹਾਨੂੰ ਵਾਰਾਣਸੀ ਦੀ ਕਰਕੇ ਵਿਖਾਵਾਂਗਾ, ਕਿਉਂਕਿ ਮੇਰੀ ਆਦਤ ਹੈ ਕਿ ਸਾਡੀ ਹਰ ਚੀਜ਼ ਨੂੰ ਇੱਕ ਐਮਪੀ ਜਿੱਥੋਂ ਬਣਿਆ ਹੋਵੇ ਪੀਐਮ ਸਾਹਿਬ ਤੇ ਉਸ ਕਨਸਟੀਟੂਐਂਸੀ ਦਾ ਹਾਲ ਵੇਖਣ ਵਾਲਾ ਹੋਵੇ। ਜੇ ਮੈਂ ਹੁਣੇ ਥੋੜਾ ਜਿਹਾ ਹਟ ਕੇ ਇਸ ਗੱਲ ਦੇ ਉੱਤੇ ਜਾਵਾਂ, ਕਿਉਂਕਿ ਸਾਡੀ ਪ੍ਰੈਸ ਕਾਨਫਰੰਸ ਕਿਸੇ ਹੋਰ ਗੱਲ ਦੇ ਉੱਤੇ ਹੈ, ਤੇ ਉੱਥੇ ਜਾ ਕੇ ਜੇ ਮੈਂ ਦੋਮਾਂ ਦੀ, ਉੱਥੋਂ ਦੇ ਭੁਨਕਰਾਂ ਦੀ, ਉੱਥੋਂ ਦੇ ਜਿਹੜੇ ਨਿਸ਼ਦ ਨੇ ਉਹਨਾਂ ਦੀ ਜਿਹੜੀ ਤਰਾਸਦੀ ਹਾਲ ਮੈਂ ਵੇਖ ਕੇ ਆਇਆ, ਜਿਵੇਂ ਉਹ ਲੋਕੀ ਉੱਥੇ ਚੀਕਾਂ ਮਾਰਦੇ ਸੀਗੇ ਤੇ ਜੋ ਹਾਲਾਤ ਉੱਥੇ ਇਨਫਰਾਸਟ੍ਰਕਚਰ ਦੇ ਹੋਏ। ਇੱਥੇ ਤਾਂ ਸਾਡਾ ਜੀ ਕੋਈ ਪਿਛਲੀ ਸਰਕਾਰ 'ਚ ਮੰਤਰੀ ਵੀ ਬਣ ਜਾਂਦਾ ਸੀ, ਉਹਦਾ ਹਲਕੇ ਦੇ ਵਿੱਚ ਜਿਹੜਾ ਸੀਗਾ ਵਿਕਾਸ ਹੋਇਆ ਵਿਖਦਾ ਸੀ। ਤੇ ਜਿੱਥੇ ਪ੍ਰਦੇਸ਼ ਦਾ, ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਉੱਥੇ ਇਹ ਗੱਲ ਇਹ ਹੈ ਜੀ ਕਿ ਉਹ ਆਪਣਾ ਵਿਖਦਾ ਕੁਛ ਨਹੀਂ, ਤੇ ਜਿਹੜਾ ਦੂਜਾ ਬੰਦਾ ਉਹਨੂੰ ਇਹਨਾਂ ਨੇ ਕਹਿੰਦੇ ਨਾ ਕਿ ਧੌਣ ਨੱਪ ਦਿਓ, ਉਹ ਹਾਰੇ ਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹਨਾਂ ਨੇ ਕੋਸ਼ਿਸ਼ ਕਰਨੀ, ਪਰ ਲੋਕੀ ਇਹ ਨਹੀਂ ਹਟਣਗੇ। ਲੋਕਾਂ ਦੇ ਵਿੱਚ ਇਹ ਜਜ਼ਬਾ ਆ ਗਿਆ। ਜੁਡੀਸ਼ੀਅਰੀ ਤੁਹਾਨੂੰ ਲੱਗਦਾ ਕਿ ਇੰਡੀਪੈਂਡੈਂਟ ਕੋਈ ਕੰਮ ਦੇਸ਼ ਦੇ ਵਿੱਚ ਹੋ ਗਿਆ ਹੈ? ਤੁਹਾਨੂੰ ਬਿਲਕੁਲ 100%, ਕਿਉਂਕਿ ਹਾਲ ਹੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਗਠਨ ਕਿਵੇਂ ਹੋਊਗਾ, ਉਹ ਪ੍ਰੋਸੀਜਰ ਬਦਲਿਆ ਗਿਆ ਹੈ। ਬਹੁਤ ਅੱਛਾ, ਬਹੁਤ ਸੋਹਣਾ ਤੇ ਬੜਾ ਡੈਮੋਕ੍ਰੈਟਿਕ ਫੈਸਲਾ ਹੈ। ਹੁਣ ਲੀਡਰ ਆਫ ਆਪੋਜੀਸ਼ਨ ਸਾਹਿਬ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਚੀਫ ਜਸਟਿਸ ਆਫ ਇੰਡੀਆ ਸਾਹਿਬ, ਇਹ ਤਿੰਨੇ ਡਿਸਾਈਡ ਕਰਨ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨ ਕੌਣ ਹੋਊਗਾ, ਇਲੈਕਸ਼ਨ ਕਮਿਸ਼ਨਰਸ ਕੌਣ ਹੋਣਗੇ। ਦੂਜੀ ਗੱਲ, ਤੁਹਾਡੇ ਪਿਛਲੇ ਸਵਾਲ ਨੂੰ ਵੀ ਮੈਂ ਜਵਾਬ ਉਹਦਾ ਦੇ ਦਿੰਦਾ ਹੈ, ਇਹਨਾਂ ਦੀ ਗੱਲ ਨੂੰ ਰੰਧਾਵਾ ਜੀ ਵੀ ਸਪਲੀਮੈਂਟ ਕਰ ਦਿੰਦਾ। ਤੁਸੀਂ ਕਿਹਾ ਪਹਿਲਾਂ ਭਾਰਤ ਜੋੜੋ ਯਾਤਰਾ ਹੋਈ, ਹੁਣ ਕਾਂਗਰਸ ਬਚਾਓ, ਕਨਸਟੀਟਿਊਸ਼ਨ ਬਚਾਓ ਮਾਰਚ ਹੋ ਰਹੀ ਹੈ। ਸੋ ਇਹ ਬੇਸਿਕਲੀ, ਇਹ ਤੋਂ ਬਾਅਦ ਤੁਸੀਂ ਕਿਹਾ ਵੀ ਬੀਜੇਪੀ ਕਰੂਗੀ ਕੀ? ਬੀਜੇਪੀ ਇਹੀ ਕਰ ਸਕਦੀ ਹੈ ਕਿ ਕੇਸ ਦਰਜ ਕਰ ਲੂਗੀ, ਕੁਛ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਲੂਗੀ, ਜਾਂ ਫਿਰ ਆਪਰੇਸ਼ਨ ਲੋਟਸ ਕਰ ਸਕਦੀ ਹੈ, ਕਿਉਂਕਿ ਪੈਟਰਨ ਬੜਾ ਵਧੀਆ ਹੈ ਗੋਆ ਦਾ, ਕਰਨਾਟਕਾ ਦਾ, ਮਹਾਰਾਸ਼ਟਰ ਦਾ, ਅਸਾਮ ਦਾ, ਮੱਧ ਪ੍ਰਦੇਸ਼ ਦਾ, ਬਿਹਾਰ ਦਾ, ਅਰੁਣਾਚਲ ਦਾ, ਮਣੀਪੁਰ, ਮੇਘਾਲਿਆ, ਪੰਜਾਬ, ਤੇਲੰਗਾਨਾ, ਚੰਡੀਗੜ੍ਹ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਬਦਲਾਅ ਵਾਲੀ ਸਰਕਾਰ ਨੇ ਇੱਕ ਪਰਚਾ ਵੀ ਕੀਤਾ ਸੀ, ਤੁਹਾਨੂੰ ਯਾਦ ਹੋਊਗਾ। ਉਹ ਪਰਚਾ ਨੂੰ ਲੋਕਾਂ ਦੇ ਖਿਲਾਫ ਕੀਤਾ ਸੀਗਾ। ਅੱਜ ਤੱਕ ਕਿੰਨੇ ਮਹੀਨੇ ਹੋ ਗਏ, ਕੋਈ ਕਾਰਵਾਈ ਨਹੀਂ, ਕੋਈ ਬੀਜੇਪੀ ਲੀਡਰ ਦੇ ਖਿਲਾਫ ਐਕਸ਼ਨ ਨਹੀਂ। ਇਲਜ਼ਾਮ ਇਹ ਲਾਇਆ ਸੀਗਾ ਵੀ 5-5 ਕਰੋੜ 4-4 ਕਰੋੜ ਸਾਡੇ ਐਮਐਲਏ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹੈ। ਆਮ ਆਦਮੀ ਪਾਰਟੀ ਨੇ ਕਹਿ ਤਾਂ ਦਿੱਤਾ, ਕਾਰਵਾਈ ਕੋਈ ਕੀਤੀ ਨਹੀਂ। ਸੋ ਪਾਰਟੀ ਦੇ ਵਿੱਚ ਹਰੇਕ ਵਰਕਰ, ਹਰੇਕ ਲੀਡਰ ਤੇ ਹਰੇਕ ਜਿਹੜਾ ਅਥਾਰਟੀ ਹੋਲਡਰ ਹੈ, ਸਾਰੇ ਇੱਕ ਬਰਾਬਰ ਹੈ। ਕਿਸੇ ਇੱਕ ਨੂੰ ਚੈਰੀ ਪਿਕ ਨਾ ਕਰੋ। ਜੇ ਇੱਕ ਵਰਕਰ ਵੀ, ਅੱਜ ਇੱਥੇ ਅਸੀਂ 4 ਵਰਕਰਸ ਬੈਠੇ ਆ, ਅਸੀਂ ਕੋਈ ਅਹੁਦੇਦਾਰ ਨਹੀਂ ਹੈ ਸਰ, ਤੇ ਇੱਥੇ 4 ਜੇ ਵਰਕਰਸ ਬਹਿ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਹੈ, ਤਾਂ ਮਤਲਬ all is going great in the Congress party and will continue to happen in Congress party। ਇੱਕ ਜਿਹੜਾ ਬੀਜੇਪੀ ਵੱਲੋਂ ਗੱਲ ਆਖੀ ਆ ਰਹੀ ਬਾਰ-ਬਾਰ ਕਿ 2024 ਦੇ ਵਿੱਚ ਅਸੀਂ ਕਾਂਗਰਸ ਮੁਕਤ ਭਾਰਤ ਕਰਦੇ ਹਾਂ, ਕਿ ਇਲੈਕਸ਼ਨ ਆਉਣ ਵਾਲੀ ਆ, ਜੋ ਅੱਜ ਦੇ ਸਰਕਮਸਟੈਂਸਸ ਬਣੇ ਹੋਏ ਨੇ, ਤੁਹਾਨੂੰ ਲੱਗਦਾ ਕਿ ਉਹ ਆਪਣੇ ਤਹੇ ਵੱਲੋਂ ਤੋਂ ਜਾ ਰਹੇ ਨੇ? ਦੇਖੋ ਜੀ, ਕਾਂਗਰਸ ਮੁਕਤ ਕਰਨ ਦੀ ਇਹ ਗੱਲਾਂ ਕਰਦੇ ਹੈ, ਹੋ ਰਹੀ ਹੈ ਬੀਜੇਪੀ ਮੁਕਤ, ਕਿਉਂਕਿ ਆਪਣਾ ਤੁਸੀਂ ਦੇਖਿਆ ਹੋਊਗਾ, ਇਹਨਾਂ ਕੋਲੇ ਗੁਜਰਾਤ ਵੀ ਸੀ, ਇਹਨਾਂ ਕੋਲੇ ਹਿਮਾਚਲ ਵੀ ਸੀ, ਇਹਨਾਂ ਕੋਲੇ ਦਿੱਲੀ ਦੇ ਵਿੱਚ ਆਪਣਾ ਜਿਹੜਾ ਇਲੈਕਸ਼ਨ ਹੋਇਆ ਉਹ ਵੀ ਸੀ। ਸੋ ਤਿੰਨੇ ਹੋਣ ਦੇ ਬਾਵਜੂਦ ਅੱਜ ਇੱਕ ਰਹਿ ਗਿਆ ਗੁਜਰਾਤ, ਹਿਮਾਚਲ ਵੀ ਹਾਰੇ, ਦਿੱਲੀ ਵੀ ਹਾਰੇ। ਦੂਜੀ ਗੱਲ, ਇਹ ਬੀਜੇਪੀ ਪੰਜਾਬ ਦੇ ਵਿੱਚ, ਕਿਉਂਕਿ ਆਪਾਂ ਰਹਿੰਦੇ ਆ, ਪੰਜਾਬ ਦੀ ਗੱਲ ਕਰਾਂਗੇ, ਬੀਜੇਪੀ ਦੇ ਆਉਣ ਦੀ ਉਨੀ ਸੰਭਾਵਨਾ ਹੈ ਪੰਜਾਬ ਦੇ ਵਿੱਚ
ਜਿੰਨੀ ਡਾਇਨਾਸੌਰਸ ਦੇ ਵਾਪਸ ਆਉਣ ਦੀ ਹੈ। ਦਿੱਲੀ ਦਾ ਕਾਂਗਰਸ ਦੀ ਰਾਜ ਸੀ, ਮੈਂ ਬੀਜੇਪੀ ਦਾ ਨਹੀਂ ਕਹਿੰਦਾ ਦਿੱਲੀ ਕਾਂਗਰਸ ਦੇ ਰਾਜ ਸੀ। ਦੇਖੋ ਜੀ ਐ ਤਾਂ ਬੀਜੇਪੀ ਵੀ ਇੱਕ ਟਾਈਮ ਤੇ 2 ਸੀਟਾਂ ਦੇ ਸੀ। ਜੇ 2 ਸੀਟਾਂ ਤੋਂ ਅੱਜ 2 ਟਾਈਮ ਦੀ ਸੱਤਾ ਪਾਰਟੀ ਬਣ ਸਕਦੇ ਹੈ ਤਾਂ ਕਾਂਗਰਸ ਇਜ਼ ਇਨ ਅ ਮਚ ਬੈਟਰ ਪੋਜੀਸ਼ਨ ਟੂ ਮੇਕ ਅ ਕਮਬੈਕ। ਇਸ ਤਰ੍ਹਾਂ ਹੈ ਕਿ ਇਹ ਡਿਸਕੁਆਲੀਫਿਕੇਸ਼ਨ ਅਸੀਂ ਕਿਉਂ ਕਹਿੰਦੇ ਕਿ ਇਲੀਗਲ ਹੈ, ਕਿਉਂ ਸੰਵਿਧਾਨ ਅਸੀਂ ਕਹਿੰਦੇ ਵਾਇਲੇਟ ਹੋਇਆ ਹੈ। ਬੀਜੇਪੀ ਨੇ ਸ਼ਾਇਦ ਸੰਵਿਧਾਨ ਨੂੰ ਪੜ੍ਹਿਆ ਨਹੀਂ ਚੰਗੀ ਤਰ੍ਹਾਂ। ਆਰਟੀਕਲ 103 ਦੇ ਵਿੱਚ ਕੈਟਾਗੋਰਿਕਲੀ ਕਲੀਅਰਲੀ ਲਿਖਿਆ ਹੋਇਆ ਹੈ ਵੀ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਇਹ ਮੈਟਰ ਰეკਮੈਂਡ ਹੋਊਗਾ, ਇਲੈਕਸ਼ਨ ਕਮਿਸ਼ਨ ਤੋਂ ਓਪੀਨੀਅਨ ਲੈਣਗੇ, ਉਹ ਤੋਂ ਬਾਅਦ ਫੈਸਲਾ ਲਿਆ ਜਾਊਗਾ ਵੀ ਮੈਂਬਰ ਨੂੰ ਡਿਸਕੁਆਲੀਫਾਈ ਕਰਨਾ ਹੈ ਨਹੀਂ ਕਰਨਾ। ਇਹ ਚੀਜ਼ ਨਹੀਂ ਹੋਈ, देयरफॉर ਇਹ ਡਿਸਕੁਆਲੀਫਿਕੇਸ਼ਨ ਇਲੀਗਲ ਹੈ। ਅਮਰਪਾਲ ਦਾ